ਵੈਲ ਅੱਜ ਦੇ ਟਾਈਮ ਦੇ ਵਿੱਚ ਹਰ ਬੰਦਾ ਪ੍ਰੈਸ਼ਰ ਵਿੱਚ ਹੈ। ਜਦੋਂ ਇੰਡੀਆ ਵਿੱਚ ਹੁੰਨੇ ਆ ਤਾਂ ਇਸ ਗੱਲ ਦਾ ਪ੍ਰੈਸ਼ਰ ਹੁੰਦਾ ਕਿ ਬਾਹਰ ਕਦੋਂ ਜਾਵਾਂਗੇ, ਤੇ ਜਦੋਂ ਬਾਹਰ ਪਹੁੰਚ ਜਾਂਦੇ ਆ ਉਦੋਂ ਇਸ ਗੱਲ ਦਾ ਪ੍ਰੈਸ਼ਰ ਹੁੰਦਾ ਕਿ ਹੁਣ ਇੱਥੇ ਕੰਮ ਨਹੀਂ ਮਿਲ ਰਿਹਾ ਤੇ ਹੁਣ ਕਰੀਏ ਤੇ ਕਰੀਏ ਕੀ, ਬਹੁਤ ਔਖਾ ਹੋਇਆ ਪਿਆ। ਬਟ ਐਂਡ ਆਫ ਦ ਡੇ ਜਿਹੜੀ ਚੀਜ਼ ਇੱਕ ਸਮਝਣੀ ਚਾਹੀਦੀ ਉਹ ਇਹ ਹੈ ਕਿ ਦਿਸ ਹੋਲ ਥਿੰਗ ਜੋ ਆਪਾਂ ਕਰ ਰਹੇ ਹਾਂ, ਜੋ ਇੱਕ ਜ਼ਿੰਦਗੀ ਜੀ ਰਹੇ ਹਾਂ, ਇਹ ਇੱਕ ਪ੍ਰੋਸੈਸ ਹੈ। ਦਿਸ ਇਜ਼ ਅ ਪ੍ਰੋਸੈਸ ਐਂਡ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਸ ਚੀਜ਼ ਦੀ ਅੰਡਰਸਟੈਂਡਿੰਗ ਡੇ ਬਾਏ ਡੇ ਸਾਡੀ ਘਟਦੀ ਜਾ ਰਹੀ ਹੈ। ਸਾਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੁੰਦਾ ਕਿ ਛੋਟੀ ਛੋਟੀ ਖੁਸ਼ੀਆਂ ਤੋਂ ਹੀ ਸ਼ਾਇਦ ਜ਼ਿੰਦਗੀ ਬਣਦੀ ਹੈ। ਅੱਜ ਦੀ ਵੀਡੀਓ ਦਾ ਜੋ ਮੋਟਿਵ ਹੈ ਉਹਦੇ ਵਿੱਚ ਮੈਂ ਸਿੰਪਲ ਇਹ ਗੱਲ ਕਰਨੀ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਇਦਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਨੇ ਕਿ ਬੱਚਾ ਗਿਆ ਸੀਗਾ ਬਾਹਰ, ਉਹਨੂੰ ਕੰਮ ਨਹੀਂ ਮਿਲਿਆ, ਉਹ ਡਿਪਰੈਸਡ ਹੋ ਗਿਆ, ਜਾਂ ਬੱਚਾ ਬਾਹਰ ਗਿਆ ਸੀ, ਉਹਨੂੰ ਐਂਗਜ਼ਾਇਟੀ ਇਸ਼ੂਜ਼ ਹੋਣੇ ਸ਼ੁਰੂ ਹੋ ਗਏ ਨੇ। ਇਹ ਸਾਰੀਆਂ ਗੱਲਾਂ ਸਾਡੇ ਟਾਈਮ ਇੰਨੀਆਂ ਜ਼ਿਆਦਾ ਪ੍ਰਚਲਿਤ ਨਹੀਂ ਸੀਗੀਆਂ। ਸਾਨੂੰ ਨਹੀਂ ਪਤਾ ਸੀਗਾ ਐਂਗਜ਼ਾਇਟੀ ਕੀ ਹੁੰਦੀ ਹੈ, ਡਿਪਰੈਸ਼ਨ ਕੀ ਹੁੰਦਾ ਹੈ, ਜਾਂ ਪੁਰਾਣੇ ਬੰਦਿਆਂ ਨੂੰ ਪੁੱਛ ਕੇ ਦੇਖੋ, ਉਹਨਾਂ ਨੂੰ ਇਸ ਗੱਲ ਦਾ ਕੋਈ ਜ਼ਿਕਰ ਵੀ ਨਹੀਂ ਹੈਗਾ। ਬਟ ਕਿਤੇ ਨਾ ਕਿਤੇ ਮੈਨੂੰ ਇਹ ਗੱਲਾਂ ਲੱਗਦਾ ਕਿ ਇਹਦੇ ਬਾਰੇ ਡਿਸਕਸ ਕਰਨਾ ਬਹੁਤ ਇੰਪੋਰਟੈਂਟ ਹੈ। ਐਂਡ ਡਿਸਕਸ ਇਕੱਲੇ ਬੱਚਿਆਂ ਨਾਲ ਨਹੀਂ, ਉਹਨਾਂ ਦੇ ਪੇਰੈਂਟਸ ਨਾਲ ਕਰਨਾ ਵੀ ਇੰਪੋਰਟੈਂਟ ਹੈ। ਇਹ ਹਾਲਾਤ ਬਣੇ ਕਿਉਂ, ਬੱਚੇ ਇੰਨੇ ਨਿਰਾਸ਼ ਕਿਉਂ ਆ, ਜਾਂ ਕਹਿ ਲਓ ਕਿ ਅਸੀਂ ਇਹ ਸਾਰੀਆਂ ਗੱਲਾਂ ਪਿੱਛੇ ਜ਼ਿੰਮੇਵਾਰ ਕਿਹਨੂੰ ਠਹਿਰਾਈਏ? ਮਾਈਟ ਵੀ ਕਿਤੇ ਨਾ ਕਿਤੇ ਸ਼ਾਇਦ ਅਸੀਂ ਆਪ ਹੀ ਜ਼ਿੰਮੇਵਾਰ ਹੈਗੇ ਆ। ਪਹਿਲੀ ਚੀਜ਼ ਤਾਂ ਮੈਨੂੰ ਇਹ ਲੱਗਦੀ ਹੈ ਕਿ ਅਸੀਂ ਹਰ ਚੀਜ਼ ਤੋਂ ਐਕਸਪੈਕਟੇਸ਼ਨਸ ਜ਼ਿਆਦਾ ਲਾ ਕੇ ਬਹਿ ਜਾਂਦੇ ਆ। ਹਾਲਾਤਾਂ ਤੋਂ ਐਕਸਪੈਕਟੇਸ਼ਨਸ, ਬੱਚਿਆਂ ਤੋਂ ਐਕਸਪੈਕਟੇਸ਼ਨਸ, ਪੇਰੈਂਟਸ ਤੋਂ ਐਕਸਪੈਕਟੇਸ਼ਨਸ। ਜਦੋਂ ਅਸੀਂ ਉਮੀਦ ਕਰਦੇ ਆ ਕਿਸੇ ਚੀਜ਼ ਤੋਂ ਬਹੁਤ ਜ਼ਿਆਦਾ, ਤੇ ਕਿਤੇ ਨਾ ਕਿਤੇ ਉਹ ਇੱਕ ਹਾਰਸ਼ ਰਿਐਲਿਟੀ ਸਾਡੇ ਸਾਹਮਣੇ ਆਉਂਦੀ ਹੈ। ਸੋ ਮੇਰੀ ਇਹੀ ਇੱਕ ਰਿਕੁਐਸਟ ਹੈ ਟੂ ਈਚ ਐਂਡ ਐਵਰੀਬਾਡੀ। ਅਗਰ ਲੈਟਸ ਸੇ ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕਰ ਰਹੇ ਹੋ, ਜਾਂ ਪੇਰੈਂਟਸ ਤੁਸੀਂ ਅਗਰ ਹੈਗੇ, ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹੋ, ਕਿ ਬੱਚਿਆਂ ਤੋਂ ਇੰਨੀ ਜ਼ਿਆਦਾ ਉਹਨਾਂ ਨੂੰ ਪ੍ਰੈਸ਼ਰਾਈਜ਼ ਨਾ ਕਰੋ, ਇੰਨੀਆਂ ਉਹਨਾਂ ਤੋਂ ਐਕਸਪੈਕਟੇਸ਼ਨਸ ਇਸ ਛੋਟੀ ਏਜ ਵਿੱਚ ਨਾ ਰੱਖੋ ਕਿ ਕਿਤੇ ਨਾ ਕਿਤੇ ਦੇ ਫੀਲ ਪ੍ਰੈਸ਼ਰਾਈਜ਼ਡ ਐਂਡ ਉਹ ਸਾਰੇ ਇੱਕ ਮਾੜੇ ਦੌਰ ਦੇ ਵਿੱਚੋਂ ਗੁਜ਼ਰਨ, ਜਦ ਕਿ ਉਹਨਾਂ ਨੂੰ ਇਸ ਟਾਈਮ ਆਪਣੇ ਆਪ ਨੂੰ ਡਿਵੈਲਪ ਕਰਨਾ ਚਾਹੀਦਾ ਇੱਕ ਵਧੀਆ ਇਨਸਾਨ ਦੇ ਵਿੱਚ। ਐਂਡ ਪਿੱਛੇ ਇੱਕ ਖਬਰ ਆਈ ਸੀਗੀ ਕਿ ਕੈਨੇਡਾ ਵਿੱਚ ਇੱਕ ਬੱਚੇ ਦੀ ਡੈਥ ਹੋ ਗਈ ਜਸਟ ਬਿਕੋਜ਼ ਆਫ ਹਾਰਟ ਅਟੈਕ। ਹੁਣ ਬੱਚਿਆਂ ਨੂੰ ਵੀ ਹਾਰਟ ਅਟੈਕ ਹੋਣ ਲੱਗ ਪਏ। ਜਾਂ ਈਵਨ ਆਸਟ੍ਰੇਲੀਆ ਦੇ ਵਿੱਚ ਵੀ ਆਈ ਸੀ ਕਿ ਇੱਕ ਬੱਚੇ ਨੇ ਸੁਸਾਈਡ ਕਰ ਲਿਆ ਬਿਕੋਜ਼ ਉਹ ਤੋਂ ਉਹਦੀ ਫੀਸ ਨਹੀਂ ਇਕੱਠੀ ਹੋਈ। ਜ਼ਿੰਦਗੀ ਅਨਮੋਲ ਹੈ ਐਂਡ ਜ਼ਿੰਦਗੀ ਇੱਕੋ ਹੀ ਮਿਲੀ ਹੈ। ਬਟ ਅਗਰ ਅਸੀਂ ਆਪਣੇ ਬੱਚਿਆਂ ਨੂੰ ਇਸ ਰਾਹ ਤੇ ਤੋਰ ਰਹੇ ਹਾਂ ਅਨਪ੍ਰੀਪੇਅਰਡ, ਉਹਨਾਂ ਨੂੰ ਦੱਸ ਨਹੀਂ ਰਹੇ ਕਿ ਕਿੱਦਾਂ ਦੀਆਂ ਚੁਣੌਤੀਆਂ ਉਹਨਾਂ ਦੇ ਸਾਹਮਣੇ ਆਉਣਗੀਆਂ, ਤੇ ਇਹਦੇ ਵਿੱਚ ਅਸੀਂ ਸਾਰੇ ਜ਼ਿੰਮੇਵਾਰ ਹੈਗੇ ਆ। ਐਂਡ ਕਿਤੇ ਨਾ ਕਿਤੇ ਸਾਡੀ ਸਕੂਲਿੰਗ ਦਾ ਵੀ ਉਹ ਇੱਕ ਪੁਆਇੰਟ ਆਉਂਦਾ ਹੈ ਕਿ ਸਕੂਲਿੰਗ ਵਿੱਚ ਅਸੀਂ ਉਹ ਚੀਜ਼ਾਂ ਬੱਚਿਆਂ ਨੂੰ ਸਿਖਾ ਨਹੀਂ ਪਾਏ। ਸੋ ਮੈਂ ਇਹੀ ਇੱਕ ਰਿਕੁਐਸਟ ਕਰਨੀ ਚਾਹੁੰਦਾ ਬਿਕੋਜ਼ ਪੇਰੈਂਟਸ ਬਹੁਤ ਮਿਲਦੇ ਨੇ ਐਂਡ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੀਆਂ ਨੇ, ਐਂਡ ਕਿਤੇ ਨਾ ਕਿਤੇ ਉਹ ਗੱਲ ਲੱਗਦੀ ਹੈ ਕਿ ਇਹ ਗੱਲ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਕਿਸੇ ਬੱਚੇ ਨੂੰ ਬਾਹਰ ਭੇਜਦੇ ਹਾਂ, ਕਿਤੇ ਵੀ ਭੇਜਦੇ ਹਾਂ, ਉਹਨੂੰ ਪ੍ਰੋਪਰ ਪ੍ਰਿਪੇਅਰ ਕਰਕੇ ਭੇਜੀਏ। ਐਂਡ ਮੈਂ ਫਿਰ ਉਹੀ ਇੱਕ ਗੱਲ ਰਿਪੀਟ ਕਰ ਰਿਹਾ, +2 ਤੱਕ ਅਸੀਂ ਬੱਚੇ ਨੂੰ ਕੋਈ ਜ਼ਿੰਮੇਵਾਰੀ ਦਿੰਦੇ ਨਹੀਂ, ਠੀਕ ਹੈ? ਉਹ ਘਰੋਂ ਬਾਹਰ ਕਦਮ ਨਹੀਂ ਰੱਖਦਾ। ਐਂਡ ਬੱਚੇ ਕੁੜੀਆਂ, ਬੱਚੇ ਮੁੰਡੇ, ਮੈਂ ਉਹੀ ਗੱਲ ਕਹਿਣਾ ਚਾਹੁੰਦਾ, ਕਦਮ ਨਹੀਂ ਰੱਖਦਾ। ਆਇਲਸ ਕਰਾ ਕੇ 2 ਮਹੀਨੇ ਵਿੱਚ ਅਸੀਂ ਉਹਨੂੰ ਇੱਕ ਬੇਗਾਨੇ ਦੇਸ਼ ਭੇਜ ਦਿੰਨੇ ਆ, ਜਿੱਥੇ ਅਸੀਂ ਐਕਸਪੈਕਟ ਕਰਦੇ ਆ ਕਿ ਭਾਈ ਹੁਣ ਤੁਸੀਂ ਸਾਰਾ ਕੁਝ ਸੰਭੋ, ਅਗਲੇ ਘਰ ਦੀ ਜੋ ਬਾਗਡੋਰ ਹੈਗੀ ਉਹ ਤੁਹਾਡੇ ਹੱਥਾਂ ਵਿੱਚ ਹੈ। ਇਮੇਜਿਨ ਕਰੋ, ਜਿਹੜਾ ਕਦੀ ਘਰੋਂ ਨਹੀਂ ਨਿਕਲਿਆ, ਜਿਹੜਾ ਕਦੀ ਕਹ ਲਓ ਕਿ ਸ਼ਹਿਰ ਜਾ ਕੇ ਜਿਹਨੇ ਕਦੀ ਕੋਈ ਸਮਾਨ ਨਹੀਂ ਖਰੀਦਿਆ, ਤੁਸੀਂ ਉਹਨੂੰ ਟੋਰਾਂਟੋ ਸ਼ਹਿਰ ਭੇਜ ਰਹੇ ਹੋ ਐਂਡ ਉਸ ਚੀਜ਼ ਨੂੰ ਤੁਸੀਂ ਜਸਟੀਫਾਈ ਕਰ ਰਹੇ ਹੋ ਕਿ ਚਲ ਅਸੀਂ ਤੇਰੇ ਤੇ ਪੈਸੇ ਲਾਤੇ, ਹੁਣ ਤੂੰ ਆਪਣਾ ਅੱਗੇ ਆਪ ਸਵਾਰ ਐਂਡ ਸਾਨੂੰ ਵੀ ਸਵਾਰ। ਕਿਤੇ ਨਾ ਕਿਤੇ ਇਹ ਗੱਲ ਬਾਰੇ ਗੱਲ ਕਰਨੀ ਜ਼ਰੂਰੀ ਹੈ। ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਗਲਤ ਹੈ ਤੇ ਇਹਨੂੰ ਇੰਪਰੂਵ ਕਰਨਾ ਚਾਹੀਦਾ ਅਗਰ ਅਸੀਂ ਆਪਣੇ ਬੱਚਿਆਂ ਦਾ ਇੱਕ ਵਧੀਆ ਭਵਿੱਖ ਚਾਹੁੰਦੇ ਆ ਤੇ ਆਪਣੀ ਫੈਮਿਲੀ ਦਾ ਇੱਕ ਵਧੀਆ ਭਵਿੱਖ ਚਾਹੁੰਦੇ ਆ। ਬਿਕੋਜ਼ ਤੁਸੀਂ ਕਿਸੇ ਨਾਲ ਕੋਈ ਵੀ ਗੱਲ ਕਰਕੇ ਦੇਖ ਲਓ, ਜਿਹਨਾਂ ਦਾ ਕੋਈ ਅੱਜ ਦੇ ਟਾਈਮ ਦੇ ਵਿੱਚ ਬਾਹਰ ਹੈ, ਕਹਿੰਦੇ ਨੇ ਹਾਲਾਤ ਚੰਗੇ ਨਹੀਂ। ਅਗਰ ਹਾਲਾਤ ਚੰਗੇ ਨਹੀਂ ਤੇ ਉਹ ਹਾਲਾਤਾਂ ਨੂੰ ਠੀਕ ਤਾਂ ਅਸੀਂ ਖੁਦ ਕਰਨਾ, ਐਂਡ ਖੁਦ ਕਰਨ ਦੇ ਲਈ ਸਾਨੂੰ ਪ੍ਰੀਪੇਅਰਡ ਹੋਣਾ ਚਾਹੀਦਾ। ਐਂਡ ਅਗਰ ਤੁਸੀਂ ਪੁਰਾਣੇ ਕੰਪੇਅਰ ਕਰੋ, ਜਿਹੜੇ ਸਾਡੇ ਪੁਰਾਣੇ ਲੋਕ ਬਾਹਰ ਜਾਂਦੇ ਸੀਗੇ, ਦੇ ਯੂਜ਼ਡ ਟੂ ਬੀ ਵੈਰੀ ਮੱਚ ਹਾਰਡ ਵਰਕਿੰਗ ਐਂਡ ਉਹ ਬਹੁਤ ਮਿਹਨਤ ਕਰਕੇ ਆਪਣੇ ਫੋਰਚੂਨੇਟ ਕ੍ਰੀਏਟ ਕਰਕੇ ਵਾਪਸ ਮੁੜਦੇ ਸੀ। ਵਾਪਸ ਆ ਕੇ ਉਹਨਾਂ ਦਾ ਪੈਸਾ ਇੱਥੇ ਪੰਜਾਬ ਦੇ ਵਿੱਚ ਦਿਖਦਾ ਹੁੰਦਾ ਸੀ ਕਿ ਨਹੀਂ ਯਾਰ ਮੁੰਡੇ ਮਿਹਨਤ ਕਰਕੇ ਮੁੜਿਆ, ਤੇ ਉਹਨਾਂ ਨੇ ਆਉਂਦੇ ਸਾਰ ਜ਼ਮੀਨਾਂ ਬਣਾ ਲਈਆਂ। ਬਟ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਅਗਰ ਕਿਸੇ ਕੋਈ ਬੱਚਾ ਤੁਹਾਨੂੰ ਬਾਹਰੋਂ ਆਉਂਦਾ ਆ 5-6 ਸਾਲ ਬਾਅਦ PR ਕਰਕੇ ਬਾਹਰ ਆਉਂਦਾ ਆ, ਉਹ ਬੱਚਾ ਆ ਕੇ ਹੀ ਕਹਿੰਦਾ ਭਾਜੀ ਬਹੁਤ ਸਟਰਗਲ ਹੈ, ਬਹੁਤ ਮੁਸ਼ਕਿਲ ਹੈ ਸਰ, ਇਹਦਾ ਹਾਲਾਤ ਜਿਹੜੇ ਨੇ ਇਹ ਠੀਕ ਨਹੀਂ ਹੋ ਰਹੇ, ਇਹ ਡੇ ਬਾਏ ਡੇ ਬੱਤਰ ਹੋ ਰਹੇ ਨੇ।
ਸੋ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਿਟੀ, ਬੱਚੇ ਮੈਂ ਟੀਚਰਸ ਦੀ ਕਹਿਣਾ, ਬੱਚੇ ਪੇਰੈਂਟਸ ਦੀ ਕਹਿਣਾ, ਉਹ ਸਾਰਿਆਂ ਦੀ ਰਿਸਪੌਂਸਿਬਿਲਿਟੀ ਇਹ ਬਣਦੀ ਹੈ ਇਸ ਦੌਰ ਦੇ ਵਿੱਚ ਕਿ ਅਸੀਂ ਜਿਹੜੇ ਬੱਚਿਆਂ ਨੂੰ ਵੀ ਅਸੀਂ ਕੁਝ ਵੀ we are sending them for making their future, ਉਹਨਾਂ ਨੂੰ ਪ੍ਰਿਪੇਅਰ ਕਰਕੇ ਤੋਰੀਏ। ਐਂਡ ਮਾਈਂਡ ਯੂ, ਇਹ ਕੋਈ ਫਲਾਈਟ ਬੁਕਿੰਗ ਤੋਂ ਬਾਅਦ ਪ੍ਰਿਪੇਅਰਨੈਸ ਦੀ ਗੱਲ ਨਹੀਂ ਮੈਂ ਕਰ ਰਿਹਾ, ਇਹ ਬੱਚਿਆਂ ਨੂੰ ਬਚਪਨ ਤੋਂ ਹੀ ਮੈਂ ਇਹ ਗੱਲ ਕਹਿ ਰਿਹਾ ਕਿ ਜਦੋਂ ਕੋਈ ਬੱਚਾ ਲੈਟਸ ਸੇ ਸਕੂਲ ਜਾਣਾ ਵੀ ਸ਼ੁਰੂ ਕਰਦਾ ਹੈ, ਉਹਨੂੰ ਇਸ ਚੀਜ਼ ਦਾ ਅਹਿਸਾਸ ਕਰਾਉਣਾ ਬਹੁਤ ਜ਼ਰੂਰੀ ਹੈ ਕਿ ਬੇਟਾ ਸਟਰਗਲ ਸਾਰਿਆਂ ਨੂੰ ਕਰਨੀ ਪਏਗੀ, ਮੁਸ਼ਕਲਾਂ ਆਉਣਗੀਆਂ, ਅਗਰ ਮੁਸ਼ਕਲਾਂ ਤੋਂ ਤੂੰ ਨਿਰਾਸ਼ ਹੋਏਗਾ ਤੇ ਬਣਨਾ ਕੁਝ ਨਹੀਂ ਹੈਗਾ। ਸੋ ਮੇਰੀ ਇਹ ਹੰਬਲ ਰਿਕੁਐਸਟ ਹੈ ਟੂ ਈਚ ਐਂਡ ਐਵਰੀਬਡੀ ਕਿ ਬੱਚਿਆਂ ਨੂੰ ਥੋੜਾ ਬਹੁਤਾ ਰਿਐਲਿਟੀ ਦਿਖਾਓ। ਤੁਸੀਂ ਆਪ ਸਾਰਿਆਂ ਨੇ ਸਾਰੀ ਉਮਰ ਕੰਮ ਕੀਤਾ ਹੈ, ਆਪਣੀ ਮਿਹਨਤ ਕਮਾ ਕੇ ਆਪਣੇ ਆਪ ਨੂੰ ਇਸ ਜੋਗਾ ਕੀਤਾ ਹੈ ਕਿ ਤੁਸੀਂ ਬੱਚੇ ਨੂੰ 18 ਲੱਖ ਰੁਪਏ ਲਾ ਕੇ ਬਾਹਰ ਤੋਰ ਰਹੇ ਹੋ। ਸੋ ਯੂ ਹੈਵ ਸੀਨ ਦ ਰਿਐਲਿਟੀ। ਅਗਰ ਤੁਸੀਂ ਰਿਐਲਿਟੀ ਦੇਖੀ ਹੈ, ਰਿਐਲਿਟੀ ਵਿੱਚ ਰਹਿ ਕੇ ਇੱਕ ਜ਼ਿੰਦਗੀ ਬਣਾਈ ਹੈ, ਤੇ ਬੱਚਿਆਂ ਨੂੰ ਅਸੀਂ ਇਸ ਚੀਜ਼ ਤੋਂ ਦੂਰ ਕਿਉਂ ਰੱਖਦੇ ਹਾਂ? ਸੋ ਇਸ ਬਾਰੇ ਜ਼ਰੂਰ ਸੋਚਿਓ। ਐਂਡ ਅਗਰ ਪਲੀਜ਼ ਕਿਸੇ ਦਾ ਬੱਚਾ ਹੁਣ ਅੱਗੇ ਦੇ ਆਰ ਪਲੈਨਿੰਗ ਟੂ ਸੈਂਡ them ਟੂ ਸਮ ਕੰਟਰੀ, ਚਾਹੇ ਆਸਟ੍ਰੇਲੀਆ, ਚਾਹੇ ਅਮਰੀਕਾ, ਚਾਹੇ ਕੈਨੇਡਾ, ਉਹਨਾਂ ਨੂੰ ਪਹਿਲਾਂ ਹੀ ਕੋਈ ਨਾ ਕੋਈ ਚੀਜ਼ ਸਿਖਾ ਕੇ, ਸਮਝਾ ਕੇ ਐਂਡ ਉਹਨਾਂ ਨੂੰ ਇੱਕ ਖੁਸ਼ਕਿਸਮਤ ਰਿਅਲਾਈਜ਼ ਕਰਾਓ ਕਿ ਬੱਚਾ ਤੂੰ ਖੁਸ਼ਕਿਸਮਤ ਹੈ ਕਿ ਤੈਨੂੰ ਓਪਰਚੁਨਿਟੀ ਮਿਲੀ ਹੈ, that you are going for such a good life, rather than just saying ਕਿ ਪਤਾ ਨਹੀਂ ਕੰਮ ਹੈ ਨਹੀਂ, ਕੰਮ ਕਰਨਾ ਪੈਣਾ, ਬਹੁਤ ਔਖਾ ਹੈ, ਨਹੀਂ ਬਣਿਆ ਤੇ ਛੱਡ ਗਿਆ ਜੀ, ਜਾਂ ਪਿੱਛੇ ਸਾਨੂੰ ਪੈਸੇ ਭੇਜੀ, ਹੁਣ ਤੂੰ ਘਰ ਦੇ ਹਾਲਾਤ ਠੀਕ ਕਰਨੇ ਨੇ। ਉਹ ਪਹਿਲਾਂ ਉਹਨੂੰ ਪੱਕਾ ਤਾਂ ਹੋ ਲੈਣ ਦਿਓ। ਸੋ ਇਹ ਮੇਰੀ ਇੱਕ ਹੰਬਲ ਰਿਕੁਐਸਟ ਹੈ। ਆਈ ਐਮ ਨਾਟ ਬਲੇਮਿੰਗ ਐਨੀਬਡੀ, ਆਈ ਐਮ ਨਾਟ ਸੇਇੰਗ ਕਿ ਤੁਹਾਡੇ ਕਰਕੇ ਸਭ ਕੁਝ ਹੋ ਰਿਹਾ, ਬਟ ਮੇਰੀ ਇੱਕ ਚਾਹੁੰਦਾ ਸੀਗਾ ਮੈਂ ਇਸ ਚੀਜ਼ ਨੂੰ ਇੱਕ ਸਿੱਧਮ ਸਿੱਧਾ ਤੁਹਾਡੇ ਸਾਰਿਆਂ ਨਾਲ ਮੁਖਾਤਿਬ ਹੋਵਾਂ ਕਿ ਐਂਡ ਆਫ ਦਾ ਡੇ ਗਲਤੀ ਕੱਲੇ ਬੱਚਿਆਂ ਦੀ ਨਹੀਂ ਹੈ, ਗਲਤੀ ਪੂਰੀ ਦੀ ਪੂਰੀ ਸੋਸਾਇਟੀ ਦੀ ਹੈ। ਇੱਕ ਆਇਲਸ ਦਾ ਪੇਪਰ ਅਗਰ ਨਹੀਂ ਕਲੀਅਰ ਹੁੰਦਾ ਤੇ ਬੱਚਾ ਪ੍ਰੈਸ਼ਰ ਫੀਲ ਕਰਦਾ ਹੈ। ਆਇਲਸ ਦਾ ਪੇਪਰ ਇਹ ਕੋਈ यूपीएससी ਦਾ ਪੇਪਰ ਥੋੜੀ ਹੈ। ਸੋ ਇਹੀ ਮੇਰੀ ਇੱਕ ਸੁਜੈਸ਼ਨ ਹੈ ਕਿ ਬੱਚੇ ਨੂੰ ਇੱਕ ਵਾਰੀ ਕਹੋ ਕਿ ਬੱਚਾ ਚਲ ਠੀਕ ਹੈ, ਨਹੀਂ ਕਲੀਅਰ ਹੋਇਆ ਤੇ ਦੁਬਾਰਾ ਫਿਰ ਦੇ ਲਈ, ਏਡੀ ਕਿਹੜੀ ਗੱਲ ਹੈ। ਸੋ ਇਹ ਸਾਰੀਆਂ ਗੱਲਾਂ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ, ਇੱਕ ਰਿਕੁਐਸਟ ਕਰਨੀ ਚਾਹੁੰਦਾ ਕਿ ਇਫ ਯੂ ਆਰ ਪਲੈਨਿੰਗ ਕਿ ਤੁਹਾਡੇ ਬੱਚੇ ਬਾਹਰ ਜਾਣ, ਆਪਣੇ ਜਾ ਕੇ ਫੋਰਚੂਨ ਬਣਾਉਣ, ਤੇ ਉਹਨਾਂ ਨੂੰ ਪ੍ਰਿਪੇਅਰ ਕਰਨਾ ਪਹਿਲਾਂ ਹੀ ਸ਼ੁਰੂ ਕਰ ਦਿਓ। 7ਵੀਂ 8ਵੀਂ 9ਵੀਂ 10ਵੀਂ ਉਹਨਾਂ ਨੂੰ ਕੰਮ ਦਿਓ, ਉਹਨਾਂ ਨੂੰ ਹਾਰਡ ਵਰਕ ਕਰਵਾਓ ਉਹਨਾਂ ਤੋਂ, ਤਾਂ ਜੋ ਉਹਨਾਂ ਨੂੰ ਰਿਅਲਾਈਜ਼ ਹੋਵੇ। ਐਂਡ ਉਹਨਾਂ ਨੂੰ ਥੋੜੀ ਬਹੁਤੀਆਂ ਅਗਰ ਕਿਤੇ ਪਾਰਟ ਟਾਈਮ ਜੌਬਸ ਇੰਡੀਆ ਵਿੱਚ ਅਗਰ ਅਵੇਲੇਬਲ ਹੈਗੀਆਂ ਨੇ ਤੁਹਾਡੇ ਲਾਗੇ ਤਾਗੇ, ਤੇ ਉਹਨਾਂ ਨੂੰ ਉਹ ਜੌਬਸ ਕਰਵਾਓ ਉਹਨਾਂ ਦੇ ਵਿੰਟਰ ਵਕੇਸ਼ਨ ਵਿੱਚ, ਸਮਰ ਵਕੇਸ਼ਨ ਵਿੱਚ, ਤਾਂ ਕਿ ਉਹਨਾਂ ਨੂੰ ਪੈਸੇ ਦੀ ਰਿਅਲਾਈਜ਼ੇਸ਼ਨ ਵੀ ਹੋਵੇ ਕਿ ਪੈਸਾ ਕਮਾਉਣਾ ਕਿੱਦਾਂ ਹੈ ਤੇ ਉਹਨੂੰ ਖਰਚਣਾ ਕਿੱਦਾਂ ਹੈ, ਐਂਡ ਸੇਵਿੰਗ ਕਿੱਦਾਂ ਕਰਨੀ ਹੈ। ਸੋ ਇਹ ਸਾਰੀਆਂ ਗੱਲਾਂ ਉਦੋਂ ਸਮਝ ਆਉਣਗੀਆਂ ਜਦੋਂ ਕੋਈ ਬੱਚਾ ਆਪਣੇ ਲੈਵਲ ਤੇ ਆਪ ਪੈਸਾ ਕਮਾ ਕੇ ਘਰ ਲਿਆਏਗਾ। ਸੋ ਇਹ ਓਪਰਚੁਨਿਟੀ ਕੌਣ ਦੇਗਾ? ਇਹ ਓਪਰਚੁਨਿਟੀ ਪੇਰੈਂਟਸ ਹੀ ਦੇਣਗੇ। ਸੋ ਮੇਰੀ ਇਹੀ ਰਿਕੁਐਸਟ ਹੈਗੀ ਹੈ ਕਿ ਪਲੀਜ਼ ਆਪਣੇ ਬੱਚੇ ਨੂੰ ਇੱਕ ਡ੍ਰੀਮ ਲਈ ਪ੍ਰਿਪੇਅਰ ਵੀ ਕਰਨਾ ਬਹੁਤ ਜ਼ਰੂਰੀ ਹੈ, ਜਿਹੜਾ ਡ੍ਰੀਮ ਅਸੀਂ ਉਹਨਾਂ ਨੂੰ ਦਿਖਾਇਆ ਹੈ। ਸੋ ਉਮੀਦ ਹੈ ਅੱਜ ਦੀ ਜੋ ਮੈਂ ਗੱਲਾਂ ਬਾਤਾਂ ਕਹੀਆਂ ਨੇ, these were very close to my heart, and ਮੈਂ ਚਾਹੁੰਦਾ ਸੀਗਾ ਇਹ ਗੱਲਾਂ ਕਰਨੀਆਂ ਬਹੁਤ ਦੇਰ ਦੀਆਂ। ਇਹਨਾਂ ਨੂੰ ਤੁਸੀਂ ਧਿਆਨ ਧਰੋਗੇ ਐਂਡ ਅਸੀਂ ਆਪਣੇ ਬੱਚਿਆਂ ਨੂੰ ਪ੍ਰੋਪਰ ਪ੍ਰਿਪੇਅਰ ਕਰਕੇ ਬਾਹਰ ਤੋਰਾਂਗੇ। ਸੋ ਥੈਂਕ ਯੂ everybody and bless you।